ਸੁਲਤਾਨ ਮਲਟੀਮੀਡੀਆ 786 ਚੈਨਲ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ। ਅੱਜ ਦੀ ਵੀਡੀਓ ਵਿੱਚ ਆਪਾਂ ਬਾਬਾ ਫਰੀਦਉਦੀਨ ਗੰਜ ਰਹਿਮਤੁल्लाह अलैह ਉਹਨਾਂ ਦੇ ਜੀਵਨ ਦੀ ਇੱਕ ਸੱਚੀ ਕਹਾਣੀ ਦੱਸਾਂਗੇ, ਜਿਹਦੇ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲ ਸਕਦਾ ਹੈ। ਜੇਕਰ ਆਪਾਂ ਇਹਨਾਂ ਗੱਲਾਂ ਤੇ ਗੌਰ ਕਰਾਂਗੇ, ਇਹਨਾਂ ਗੱਲਾਂ ਨੂੰ ਜ਼ਿੰਦਗੀ ਵਿੱਚ ਉਤਾਰਾਂਗੇ ਤਾਂ ਸਾਨੂੰ ਇਸ ਚੀਜ਼ ਦਾ ਬਹੁਤ ਫਾਇਦਾ ਹੋ ਸਕਦਾ ਹੈ। ਸੋ ਹੱਥ ਜੋੜ ਕੇ ਬੇਨਤੀ ਹੈ, ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਬਾਬਾ ਫਰੀਦਉਦੀਨ ਗੰਜ ਜਿਨ੍ਹਾਂ ਦਾ ਅਸਲ ਦਰਬਾਰ ਪਾਕਪਟਨ ਪਾਕਿਸਤਾਨ ਦੇ ਵਿੱਚ ਮੌਜੂਦ ਹੈ, ਅੱਲਾ ਦੇ ਪਾਕ ਵਲੀ ਹਨ। ਬਹੁਤ ਹੀ ਉੱਚਾ ਰੁਤਬਾ ਹੈ ਬਾਬਾ ਫਰੀਦ ਜੀ ਦਾ, ਜਿਨ੍ਹਾਂ ਨੂੰ ਆਪਾਂ ਸਾਰੇ ਹੀ ਜਾਣਦੇ ਹਾਂ। ਬੜੀਆਂ ਕਰਾਮਾਤਾਂ ਕੀਤੀਆਂ ਬਾਬਾ ਫਰੀਦ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ। ਬਹੁਤ ਸਾਰੀ ਇਹਨਾਂ ਦੀ ਜੀਵਨੀ ਸਾਨੂੰ ਪੜ੍ਹਨ ਦੇ ਵਿੱਚ ਮਿਲਦੀ ਆ ਤੇ ਇਸੇ ਤਰ੍ਹਾਂ ਹੀ ਇਹ ਇੱਕ ਸੱਚੀ ਕਹਾਣੀ ਹੈ ਬਾਬਾ ਫਰੀਦ ਜੀ ਦੀ। ਜਿਵੇਂ ਕਿ ਤੁਸੀਂ ਜਾਣਦੇ ਹੀ ਆ ਕਿ ਬਾਬਾ ਫਰੀਦ ਜੀ ਨੇ ਆਪਣੇ ਜੀਵਨ ਦਾ ਕਾਫੀ ਸਮਾਂ ਜੰਗਲਾਂ ਦੇ ਵਿੱਚ ਗੁਜ਼ਾਰਿਆ, ਕਿਉਂਕਿ ਉਹ ਜੰਗਲਾਂ ਦੇ ਵਿੱਚ ਇਬਾਦਤ ਕਰਿਆ ਕਰਦੇ ਸਨ ਤੇ ਉਸ ਰੱਬ ਦੀ ਪ੍ਰਾਪਤੀ ਕਰਨਾ ਚਾਹੁੰਦੇ ਸੀ। ਬਹੁਤ ਸਮਾਂ ਬਾਬਾ ਫਰੀਦ ਜੀ ਨੇ ਜੰਗਲਾਂ ਦੇ ਵਿੱਚ ਗੁਜ਼ਾਰਿਆ, ਪਰ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਨਾ ਹੋਈ। ਤਾਂ ਉਹਨਾਂ ਨੇ ਹੀ ਆਪਣੇ ਕਈ ਸ਼ਲੋਕਾਂ ਦੇ ਵਿੱਚ ਵੀ ਦੱਸਿਆ ਹੈ ਕਿ ਜੰਗਲ ਦੇ ਵਿੱਚ ਬੈਠ ਕੇ ਰੱਬ ਨਹੀਂ ਮਿਲਦਾ, ਰੱਬ ਸਾਨੂੰ ਸਾਡੇ ਅੰਦਰ ਹੀ ਬੈਠਾ ਹੈ। ਅੰਦਰ ਵਿੱਚ ਜੋਤ ਜਗਾਣੀ ਪਵੇਗੀ, ਅੰਦਰ ਨੂੰ ਰੋਸ਼ਨ ਕਰਨਾ ਪਵੇਗਾ, ਝਾਕਣਾ ਪਵੇਗਾ, ਤਾਂ ਹੀ ਸਾਨੂੰ ਸਾਡਾ ਰੱਬ ਮਿਲ ਸਕਦਾ ਹੈ, ਉਹਦੇ ਦੀਦਾਰ ਹੋ ਸਕਦੇ ਆ। ਇਹ ਗੱਲ ਸੱਚੀ ਵੀ ਆ ਕਿ ਜੰਗਲ ਬੇਲਿਆਂ ਦੇ ਵਿੱਚ ਨਹੀਂ ਰੱਬ ਮਿਲਦਾ। ਰੱਬ ਸਾਨੂੰ ਉਦੋਂ ਹੀ ਮਿਲਦਾ ਹੈ ਜਦੋਂ ਸਾਡੇ ਅੰਦਰਲੀ ਜੋਤ ਜਗ ਜਾਂਦੀ ਆ, ਅਸੀਂ ਅੰਦਰ ਝਾਕਦੇ ਹਾਂ, ਆਪਣੀਆਂ ਬੁਰਾਈਆਂ ਨੂੰ ਦੂਰ ਕਰਦੇ ਹਾਂ, ਤਾਂ ਹੀ ਸਾਨੂੰ ਸਾਡੇ ਸੱਚੇ ਪ੍ਰਮਾਤਮਾ ਦੇ ਦੀਦਾਰ ਹੁੰਦੇ ਹਨ। ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਦੇ ਨਾਲ ਵੀ ਇੱਕ ਘਟਨਾ ਇਸੇ ਤਰ੍ਹਾਂ ਦੀ ਹੀ ਘਟੀ ਸੀ। ਬਾਬਾ ਫਰੀਦ ਜੀ ਦਾ ਉਹ ਜੀਵਨ ਕਾਲ ਜਿਸ ਵਕਤ ਉਹ ਇਬਾਦਤ ਕਰਿਆ ਕਰਦੇ ਸੀ, ਕਹਿੰਦੇ ਹਨ ਕਿ ਇੱਕ ਵਾਰ ਉਹ ਜੰਗਲਾਂ ਦੇ ਵਿੱਚ ਬੈਠੇ ਹੋਏ ਉਸ ਰੱਬ ਦੇ ਨਾਲ ਇਬਾਦਤ ਕਰ ਰਹੇ ਸਨ, ਪਰਮਾਤਮਾ ਦੇ ਚਰਨਾਂ ਵਿੱਚ ਲਿਵ ਲਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹਨਾਂ ਨੂੰ ਇਬਾਦਤ ਕਰਦਿਆਂ 12 ਸਾਲ ਗੁਜ਼ਰ ਗਏ ਸੀ। ਇਹ ਵੀ ਮੰਨਿਆ ਜਾਂਦਾ ਹੈ ਕਿ ਕਹਿੰਦੇ ਜਿਹੜਾ 12 ਸਾਲ ਇਬਾਦਤ ਕਰ ਲਵੇ ਤਾਂ ਉਹਨੂੰ ਕੁਝ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਬਾਬਾ ਫਰੀਦ ਜੀ ਬੈਠੇ ਇਬਾਦਤ ਕਰ ਰਹੇ ਆ ਜੰਗਲਾਂ ਦੇ ਵਿੱਚ, ਤੇ ਇੰਨੇ ਚਿਰ ਨੂੰ ਕੁਝ ਚਿੜੀਆਂ ਉੱਥੇ ਆ ਕੇ ਸ਼ੋਰ ਕਰਨ ਲੱਗ ਪਈਆਂ, ਚੀਂ ਚੀਂ ਕਰਨ ਲੱਗ ਪਈਆਂ। ਇਬਾਦਤ ਕਰਦਿਆਂ ਹੀ ਬਾਬਾ ਫਰੀਦ ਜੀ ਦੀ ਅੱਖ ਖੁੱਲੀ ਤਾਂ ਉਹਨੇ ਦੇਖਿਆ ਕਈ ਪੰਛੀ, ਕਈ ਚਿੜੀਆਂ ਉੱਥੇ ਬੈਠੀਆਂ ਚਹਿਚਹਾ ਰਹੀਆਂ ਹਨ। ਬਾਬਾ ਫਰੀਦ ਜੀ ਨੇ ਚਿੜੀਆਂ ਦਾ ਰੌਲਾ ਸੁਣ ਕੇ ਉਹਨਾਂ ਦੇ ਪਾਕ ਜ਼ੁਬਾਨ ਦੇ ਵਿੱਚੋਂ ਨਿਕਲਿਆ ਕਿ ਮਰ ਜਾਓ ਚਿੜੀਓ। ਤਾਂ ਉਹ ਅੱਲਾ ਦੀ ਐਸੀ ਕਰਾਮਾਤ, ਉਹ ਚਿੜੀਆਂ ਸੱਚੀ ਹੀ ਮਰ ਗਈਆਂ। ਤੇ ਫਿਰ ਜਦੋਂ ਬਾਬਾ ਫਰੀਦ ਜੀ ਨੇ ਕੁਝ ਸਮੇਂ ਬਾਅਦ ਇਹ ਕਿਹਾ ਕਿ ਉੱਡ ਜਾਓ ਚਿੜੀਓ, ਤਾਂ ਉਹ ਜਿਹੜੀਆਂ ਮਰੀਆਂ ਹੋਈਆਂ ਚਿੜੀਆਂ ਉਹ ਜਿੰਦੀਆਂ ਹੋ ਕੇ ਉੱਡ ਗਈਆਂ। ਆਪਣੀ ਇਹ ਕਰਾਮਾਤ ਦੇਖ ਕੇ ਬਾਬਾ ਫਰੀਦ ਜੀ ਬੜੇ ਖੁਸ਼ ਹੋਏ ਤੇ ਇੰਜ ਮਹਿਸੂਸ ਹੋਇਆ ਕਿ ਰੱਬ ਦੀ ਪ੍ਰਾਪਤੀ ਹੋ ਗਈ ਆ। ਹੁਣ ਜੰਗਲਾਂ ਦੇ ਵਿੱਚ ਬੈਠੇ ਹੋਏ ਬਾਬਾ ਫਰੀਦ ਜੀ ਇਬਾਦਤ ਕਰ ਰਹੇ ਆ ਤੇ ਉਹਨਾਂ ਨੂੰ ਪਿਆਸ ਲੱਗੀ। ਉਹ ਪਾਣੀ ਲੱਭਦੇ ਹੋਏ ਉੱਥੋਂ ਚੱਲ ਪਏ। ਚੱਲਦੇ ਚੱਲਦੇ ਉਹ ਇੱਕ ਖੂਹ ਦੇ ਕੋਲ ਪਹੁੰਚੇ, ਜਿੱਥੇ ਇੱਕ ਔਰਤ ਪਹਿਲਾਂ ਹੀ ਖੂਹ ਦੇ ਉੱਤੋਂ ਪਾਣੀ ਭਰ ਰਹੀ ਸੀ। ਜਦੋਂ ਬਾਬਾ ਫਰੀਦ ਜੀ ਉਸ ਖੂਹ ਨੂੰ ਦੇਖ ਕੇ ਉਸ ਖੂਹ ਦੇ ਕੋਲ ਪਹੁੰਚੇ ਤਾਂ ਉਹ ਦੇਖਦੇ ਹਨ ਕਿ ਇੱਕ ਔਰਤ ਖੂਹ ਦੇ ਵਿੱਚੋਂ ਡੋਲਣੀ ਦੇ ਨਾਲ ਪਾਣੀ ਕੱਢਦੀ ਆ ਤੇ ਉਹ ਖੂਹ ਦੀ ਮੌਣ ਤੇ ਡੋਲੀ ਜਾਂਦੀ ਆ। ਬਾਬਾ ਫਰੀਦ ਜੀ ਉਸ ਔਰਤ ਦੇ ਕੋਲ ਗਏ ਤੇ ਜਾ ਕੇ ਬੜੇ ਹੀ ਪਿਆਰ ਦੇ ਨਾਲ ਕਿਹਾ ਕਿ ਐ ਮਾਂ, ਮੈਨੂੰ ਪਿਆਸ ਲੱਗੀ ਆ, ਮੈਨੂੰ ਥੋੜਾ ਪਾਣੀ ਪਿਲਾ ਦੇ। ਤਾਂ ਉਹ ਔਰਤ ਕਹਿਣ ਲੱਗੀ, ਬਾਬਾ ਜੀ ਤੁਸੀਂ ਥੋੜਾ ਟਾਈਮ ਰੁਕੋ, ਮੈਂ ਇੱਕ ਜ਼ਰੂਰੀ ਕੰਮ ਕਰ ਰਹੀ ਆ, ਬਸ ਉਹ ਖਤਮ ਹੋ ਜਵੇ ਤਾਂ ਮੈਂ ਤੁਹਾਨੂੰ ਪਾਣੀ ਪਿਲਾ ਦੇਵਾਂਗੀ। ਹੁਣ ਉਹ ਔਰਤ ਲਗਾਤਾਰ ਹੀ ਉਹ ਖੂਹ ਦੇ ਵਿੱਚੋਂ ਡੋਲਣ ਦੇ ਨਾਲ ਪਾਣੀ ਕੱਢਦੀ ਆ ਤੇ ਖੂਹ ਦੀ ਮੌਣ ਤੇ ਡੋਲ ਦਿੰਦੀ ਆ। ਕਈ ਇਤਿਹਾਸਕਾਰਾਂ ਨੇ ਉਸ ਬੀਬੀ ਦਾ ਨਾਮ ਦੱਸਿਆ ਹੈ ਰਾਮ ਰੱਖੀ, ਤੇ ਉਹ ਇਸੇ ਤਰ੍ਹਾਂ ਹੀ ਕਾਫੀ ਸਮਾਂ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਮੌਣ ਤੇ ਡੋਲਦੀ ਰਹੀ। ਕੋਲ ਖੜੇ ਬਾਬਾ ਫਰੀਦ ਜੀ ਸਭ ਕੁਝ ਦੇਖ ਰਹੇ ਆ ਤੇ ਪਿਆਸ ਨਾਲ ਵੀ ਵਿਆਕੁਲ ਹੋ ਰਹੇ ਆ, ਤੇ ਉਹ ਔਰਤ ਜੋ ਕਰ ਰਹੀ ਆ ਇਹ ਦੇਖ ਕੇ ਵੀ ਉਹਨਾਂ ਦੀ ਉਤਸੁਕਤਾ ਵੱਧ ਰਹੀ ਆ ਕਿ ਇਹ ਔਰਤ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਮੌਣ ਤੇ ਕਿਉਂ ਡੋਲੀ ਜਾਂਦੀ ਆ। ਉਹ ਸੋਚ ਰਹੇ ਆ, ਉਹਨਾਂ ਦੀ ਵਿਆਕੁਲਤਾ ਵੱਧ ਰਹੀ ਆ। ਕੁਝ ਸਮੇਂ ਬਾਅਦ ਫਿਰ ਬਾਬਾ ਫਰੀਦ ਜੀ ਨੇ ਪਾਣੀ ਮੰਗਿਆ ਤਾਂ ਉਸ ਬੀਬੀ ਨੇ ਫਿਰ ਉਹੀ ਗੱਲ ਕਹੀ ਕਿ ਰੁਕ ਜਾਓ, ਬਸ ਮੇਰਾ ਥੋੜਾ ਜਿਹਾ ਹੀ ਕੰਮ ਬਾਕੀ ਆ ਤੇ ਫਿਰ ਮੈਂ ਤੁਹਾਨੂੰ ਪਾਣੀ ਪਿਲਾ ਦੇਵਾਂਗੀ। ਹੁਣ ਉਹ ਬੀਬੀ ਲਗਾਤਾਰ ਖੂਹ ਦੇ ਵਿੱਚੋਂ ਪਾਣੀ ਕੱਢ ਕੇ ਮੌਣ ਤੇ ਡੋਲੀ ਜਾ ਰਹੀ ਆ। ਇਹ ਦੇਖ ਦੇਖ ਕੇ ਬਾਬਾ ਫਰੀਦ ਜੀ ਨੂੰ ਆਪਣੀ ਪਿਆਸ ਵੀ ਭੁੱਲ ਗਈ। ਜਦੋਂ ਉਹਨਾਂ ਤੋਂ ਨਾ ਰਹਿ ਹੋਇਆ ਤਾਂ ਉਹਨਾਂ ਨੇ
ਉਸ ਬੀਬੀ ਦੇ ਕੋਲ ਜਾ ਕੇ ਉਹਨੂੰ ਪੁੱਛਣ ਦੀ ਕੋਸ਼ਿਸ਼ ਕੀਤੀ। ਇੰਨੇ ਚਿਰ ਨੂੰ ਕੁਝ ਸਮੇਂ ਬਾਅਦ ਹੀ ਉਹ ਬੀਬੀ ਨੇ ਮੌਣ ਦੇ ਉੱਤੇ ਪਾਣੀ ਡੋਲਣਾ ਬੰਦ ਕਰ ਦਿੱਤਾ। ਬਾਬਾ ਫਰੀਦ ਜੀ ਨੂੰ ਉਸ ਮਾਈ ਵੱਲ ਦੇਖ ਕੇ ਥੋੜਾ ਕ੍ਰੋਧ ਵੀ ਆ ਰਿਹਾ ਹੈ ਤੇ ਉਹਨਾਂ ਨੇ ਕੋਲ ਜਾ ਕੇ ਬੀਬੀ ਨੂੰ ਕਿਹਾ ਕਿ ਬੀਬੀ, ਮੈਂ ਤੈਨੂੰ ਕਿੰਨੀ ਵਾਰ ਕਿਹਾ ਮੈਨੂੰ ਪਾਣੀ ਪਿਲਾ ਦੇ, ਪਰ ਤੂੰ ਮੈਨੂੰ ਪਾਣੀ ਨਹੀਂ ਪਿਲਾਇਆ। ਇਹ ਮੌਣ ਤੇ ਡੋਲੀ ਜਾ ਰਹੀ ਆ। ਤੈਨੂੰ ਸ਼ਾਇਦ ਪਤਾ ਨਹੀਂ ਮੈਂ ਕੌਣ ਆ, ਮੈਂ ਫਰੀਦ ਹਾਂ। ਬਾਬਾ ਫਰੀਦ ਜੀ ਦੀ ਗੱਲ ਸੁਣ ਕੇ ਉਹ ਬੀਬੀ ਗੁੱਸੇ ਦੇ ਵਿੱਚ ਬੋਲੀ ਕਿ ਬਹਿ ਜਾਓ ਆਰਾਮ ਦੇ ਨਾਲ, ਮੈਨੂੰ ਪਤਾ ਹੈ ਤੁਸੀਂ ਫਰੀਦ ਹੋ। ਇੱਥੇ ਉਹ ਕੰਮ ਨਹੀਂ ਆ ਕਿ ਮਰ ਜਾਓ ਚਿੜੀਓ, ਉੱਡ ਜਾਓ ਚਿੜੀਓ। ਇੱਥੇ ਮੇਰੀ ਭੈਣ ਦੇ ਘਰ ਨੂੰ ਅੱਗ ਲੱਗੀ ਸੀ, ਮੈਂ ਉਹ ਬੁਝਾ ਰਹੀ ਸੀ। ਉਸ ਬੀਬੀ ਦੀਆਂ ਇਹ ਗੱਲਾਂ ਸੁਣ ਕੇ ਬਾਬਾ ਫਰੀਦ ਜੀ ਬਹੁਤ ਹੈਰਾਨ ਹੋਏ ਕਿ ਇਹ ਗੱਲ ਤਾਂ ਥੋੜਾ ਸਮਾਂ ਪਹਿਲਾਂ ਇਸ ਖੂਹ ਤੋਂ ਪਿੱਛੇ ਹੋ ਚੁੱਕੀ ਆ ਤੇ ਇਹ ਬੀਬੀ ਉਸ ਥਾਂ ਦੇ ਨੇੜੇ ਤੇੜੇ ਵੀ ਨਹੀਂ ਸੀ। ਇਹਨੂੰ ਕਿਸ ਤਰ੍ਹਾਂ ਪਤਾ ਕਿ ਇਹ ਵਾਕਿਆ ਮੇਰੇ ਨਾਲ ਹੋਇਆ ਹੈ। ਤਾਂ ਉਹ ਬਾਬਾ ਫਰੀਦ ਜੀ ਉਸ ਬੀਬੀ ਨੂੰ ਪੁੱਛਦੇ ਆ ਕਿ ਮਾਂ, ਤੈਨੂੰ ਇਹ ਤਾਕਤ ਕਿੱਥੋਂ ਮਿਲੀ ਆ ਤੇ ਤੂੰ ਆਪਣੇ ਭੈਣ ਦੇ ਘਰ ਦੀ ਅੱਗ ਇੱਥੋਂ ਕਿੱਦਾਂ ਬੁਝਾ ਦਿੱਤੀ? ਤਾਂ ਉਹ ਔਰਤ ਕਹਿਣ ਲੱਗੀ ਕਿ ਇੱਥੋਂ 10 ਕੋਹ ਤੇ ਮੇਰੀ ਭੈਣ ਦਾ ਘਰ ਹੈ, ਉਹਨੂੰ ਅੱਗ ਲੱਗੀ ਹੋ ਸੀ ਤੇ ਮੈਂ ਖੂਹ ਦੀ ਮੌਣ ਤੇ ਪਾਣੀ ਡੋਲ ਡੋਲ ਕੇ ਉਹ ਸਾਰੀ ਅੱਗ ਬੁਝਾ ਦਿੱਤੀ। ਥੋੜਾ ਹੀ ਨੁਕਸਾਨ ਹੋਇਆ ਤੇ ਬਾਕੀ ਸਾਰਾ ਕੁਝ ਬਚ ਗਿਆ ਹੈ। ਤੇ ਬਾਬਾ ਫਰੀਦ ਜੀ ਨੂੰ ਉਸ ਬੀਬੀ ਨੇ ਪਾਣੀ ਪਿਲਾਇਆ ਤੇ ਆਪਣੀ ਸਾਰੀ ਹਕੀਕਤ ਦੱਸੀ ਕਿ ਕਿੱਦਾਂ ਉਹਨੇ ਇਹ ਤਾਕਤ ਹਾਸਲ ਕੀਤੀ। ਉਹ ਔਰਤ ਕਹਿਣ ਲੱਗੀ ਕਿ ਮੈਂ ਸਿਰਫ ਔਰ ਸਿਰਫ ਆਪਣੇ ਪਤੀ ਦੇਵ ਦੀ ਸੱਚੇ ਦਿਲੋਂ ਸੇਵਾ ਕੀਤੀ ਆ, ਉਹਦੇ ਮਾਂ-ਬਾਪ ਦੀ ਸੇਵਾ ਕੀਤੀ ਆ। ਮੈਂ ਪਤੀਵਰਤਾ ਰਹੀ ਆ, ਕਦੀ ਕਿਸੇ ਪਰਾਏ ਮਰਦ ਵੱਲ ਨਹੀਂ ਝਾਕਿਆ ਤੇ ਸੱਚੇ ਤਨੋਂ ਮਨੋਂ ਆਪਣੇ ਸਹੁਰੇ ਪਰਿਵਾਰ ਦੀ ਸੇਵਾ ਕੀਤੀ ਆ। ਇਸੇ ਦੇ ਸਦਕਾ ਹੀ ਮੈਨੂੰ ਇਹ ਤਾਕਤ ਮਿਲੀ ਆ ਤੇ ਇਸੇ ਕਰਕੇ ਹੀ ਮੈਂ ਇੱਥੇ ਬੈਠੀ ਨੇ ਹੀ ਆਪਣੇ ਭੈਣ ਦੇ ਘਰ ਦੀ ਅੱਗ ਬੁਝਾਈ ਹੈ। ਇਹ ਗੱਲਾਂ ਸੁਣ ਕੇ ਬਾਬਾ ਫਰੀਦ ਜੀ ਹੈਰਾਨ ਹੋ ਗਏ ਤੇ ਸੋਚਣ ਲੱਗੇ ਕਿ ਫਰੀਦਾ, ਤੇਰਾ ਇਸ਼ਕ, ਤੇਰੀ ਬੰਦਗੀ ਹਾਲੇ ਕੱਚੀ ਆ। ਜਿਸ ਅਵਸਥਾ ਨੂੰ ਤੂੰ ਲੱਭਦਾ ਫਿਰਦਾ ਉਹ ਅਜੇ ਤੱਕ ਤੈਨੂੰ ਨਹੀਂ ਮਿਲੀ ਆ। ਬਾਬਾ ਫਰੀਦ ਜੀ ਨੂੰ ਉੱਥੇ ਗਿਆਨ ਹੋ ਗਿਆ ਕਿ ਇਬਾਦਤ ਅਜੇ ਪੂਰੀ ਨਹੀਂ ਹੋਈ ਆ। ਉੱਥੋਂ ਚੱਲ ਪਏ ਬਾਬਾ ਫਰੀਦ ਜੀ, ਗਾਹਾਂ ਗਏ ਤੇ ਗਾਹਾਂ ਉਹਨਾਂ ਨੂੰ ਇੱਕ ਖੂਹ ਹੋਰ ਮਿਲਿਆ ਤੇ ਕਹਿੰਦੇ ਹਨ ਕਿ ਉਹਨਾਂ ਨੇ ਆਪਣੀ ਲੱਤ ਨੂੰ ਸੰਗਲ ਬੰਨ੍ਹ ਕੇ ਖੂਹ ਦੇ ਵਿੱਚ ਉਲਟਾ ਲਮਕ ਗਏ ਤੇ ਰੱਬ ਅੱਗੇ ਦੁਆ ਕਰਨ ਲੱਗੇ ਕਿ ਜਦ ਤੱਕ ਹੁਣ ਤੂੰ ਮੈਨੂੰ ਦਰਸ਼ਨ ਨਹੀਂ ਦਿੰਦਾ ਮੈਂ ਇਸ ਖੂਹ ਦੇ ਵਿੱਚੋਂ ਨਹੀਂ ਨਿਕਲਾਂਗਾ। ਤੇ ਬਾਬਾ ਫਰੀਦ ਜੀ ਉੱਥੇ ਹੀ ਰੱਬ ਦੀ ਇਬਾਦਤ ਕਰਨ ਲੱਗ ਪਏ। ਥੋੜੇ ਸਮੇਂ ਬਾਅਦ ਇੱਕ ਮਸਤਾਨਾ, ਇੱਕ ਹੋਰ ਫਕੀਰ ਬਾਬਾ ਫਰੀਦ ਜੀ ਦੇ ਕੋਲੋਂ ਲੰਘਿਆ ਤੇ ਉਹਨਾਂ ਨੂੰ ਖੂਹ ਦੇ ਵਿੱਚ ਉਲਟਾ ਲਟਕਿਆ ਦੇਖ ਕੇ ਬੜਾ ਹੈਰਾਨ ਹੋਇਆ। ਉਹ ਫਕੀਰ ਬਾਬਾ ਫਰੀਦ ਜੀ ਦੇ ਕੋਲ ਗਿਆ ਤੇ ਪੁੱਛਿਆ ਕਿ ਤੁਸੀਂ ਇੱਥੇ ਕਿਉਂ ਲਟਕ ਰਹੇ ਹੋ? ਤਾਂ ਬਾਬਾ ਫਰੀਦ ਜੀ ਕਹਿਣ ਲੱਗੇ ਕਿ ਮੈਂ ਰੱਬ ਨੂੰ ਪਾਉਣ ਦੀ ਖਾਤਰ ਇੱਥੇ ਲਟਕਿਆ ਹਾਂ, ਮੈਂ ਰੱਬ ਦੇ ਦੀਦਾਰ ਕਰਨੇ ਹਨ। ਤੇ ਉਹ ਫਕੀਰ ਕਹਿਣ ਲੱਗਾ ਕਿ ਇਦਾਂ ਰੱਬ ਦੇ ਦੀਦਾਰ ਹੋ ਜਾਂਦੇ ਆ? ਤੇ ਬਾਬਾ ਫਰੀਦ ਜੀ ਕਹਿਣ ਲੱਗੇ ਹਾਂ। ਤਾਂ ਉਸ ਆਦਮੀ ਨੇ, ਉਸ ਫਕੀਰ ਨੇ ਕੋਲ ਜਿੰਨਾ ਵੀ ਲੰਬਾ ਲੰਬਾ ਘਾਹ ਸੀ ਜਾਂ ਹੋਰ ਬੂਟੀਆਂ, ਬੇਲਾਂ, ਦਰਖਤ ਸੀ, ਉਹਨਾਂ ਨੂੰ ਤੋੜ ਕੇ ਇੱਕ ਬੇੜ ਬੱਟੀ ਤੇ ਆਪਣੀ ਲੱਤ ਨੂੰ ਬੰਨ ਕੇ ਉਹ ਵੀ ਬਾਬਾ ਫਰੀਦ ਜੀ ਦੇ ਨਾਲ ਉਸੇ ਖੂਹ ਦੇ ਵਿੱਚ ਲਮਕ ਗਿਆ ਕਿ ਮੈਨੂੰ ਵੀ ਰੱਬ ਦੇ ਦਰਸ਼ਨ ਕਰਨੇ ਆ, ਦੀਦਾਰ ਕਰਨੇ ਆ। ਜਿੱਦਾਂ ਹੀ ਉਹ ਆਦਮੀ ਲਟਕਿਆ, ਕੁਝ ਸਮੇਂ ਬਾਅਦ ਉਹ ਬੇੜ ਕੱਚੀ ਹੋਣ ਕਰਕੇ ਟੁੱਟ ਗਈ ਤੇ ਜਿੱਦਾਂ ਹੀ ਉਹ ਆਦਮੀ ਥੱਲੇ ਡਿੱਗਣ ਲੱਗਾ ਤਾਂ ਪ੍ਰਮਾਤਮਾ ਨੇ ਉਹਨੂੰ ਬਚਾ ਲਿਆ। ਇਹ ਦੇਖ ਕੇ ਬਾਬਾ ਫਰੀਦ ਜੀ ਫਿਰ ਉਦਾਸ ਹੋ ਗਏ ਕਿ ਮੈਂ ਕਿੰਨਾ ਸਮਾਂ ਹੋ ਗਿਆ ਮੈਨੂੰ ਇਸ ਖੂਹ ਦੇ ਵਿੱਚ ਲਮਕਿਆ ਵੀ, ਫਿਰ ਵੀ ਮੈਨੂੰ ਪ੍ਰਮਾਤਮਾ ਨੇ ਦਰਸ਼ਨ ਨਹੀਂ ਦਿੱਤੇ। ਤੇ ਇਸ ਆਦਮੀ ਨੇ ਜਿਨ ਕੀ ਘਾਹ ਦੀ ਬੇੜ ਵੱਟ ਕੇ ਕੁਝ ਸਮਾਂ ਹੀ ਲਮਕਿਆ ਤੇ ਰੱਬ ਨੇ ਉਹਨੂੰ ਦਰਸ਼ਨ ਦੇ ਦਿੱਤੇ। ਇਹ ਕੀ ਹੋ ਰਿਹਾ ਹੈ? ਬਾਬਾ ਫਰੀਦ ਜੀ ਉਦਾਸ ਹੋਏ, ਉਲਝਣ ਵਿੱਚ ਹੋਏ ਤਾਂ ਪ੍ਰਮਾਤਮਾ ਨੇ ਬਾਬਾ ਫਰੀਦ ਜੀ ਨੂੰ ਕਿਹਾ ਕਿ ਫਰੀਦਾ, ਤੈਨੂੰ ਦੀਦਾਰ ਤਾਂ ਨਹੀਂ ਹੋਏ ਕਿਉਂਕਿ ਤੈਨੂੰ ਦੀਦਾਰ ਦੇ ਨਾਲੋਂ ਜ਼ਿਆਦੇ ਆਪਣੇ ਡਿੱਗਣ ਦਾ ਖਤਰਾ ਸੀ ਕਿ ਮੇਰੇ ਸੱਟ ਚੋਟ ਨਾ ਲੱਗ ਜਾਵੇ ਖੂਹ ਵਿੱਚ ਡਿੱਗ ਕੇ, ਇਸ ਕਰਕੇ ਤੂੰ ਸੰਗਲ ਪਾਇਆ ਆਪਣੀ ਲੱਤ ਨੂੰ। ਤੇ ਇਸ ਆਦਮੀ ਨੂੰ ਸਿਰਫ ਔਰ ਸਿਰਫ ਮੇਰੇ ਦੀਦਾਰ ਦਾ ਹੀ ਚਸਕਾ ਸੀ, ਮੇਰਾ ਦੀਦਾਰ ਕਰਨਾ ਚਾਹੁੰਦਾ ਸੀ, ਇਸ ਲਈ ਇਹਨੇ ਇਹ ਕੱਚੀ ਜਿਹੀ ਬੇੜ ਦੇ ਨਾਲ ਹੀ ਲੱਤ ਨੂੰ ਬੰਨ ਕੇ ਉਹ ਖੂਹ ਦੇ ਵਿੱਚ ਲਮਕ ਗਿਆ। ਤੇਰੇ ਨਾਲੋਂ ਜ਼ਿਆਦਾ ਯਕੀਨ ਤੇ ਸ਼ਰਧਾ ਇਸ ਆਦਮੀ ਨੂੰ ਸੀ, ਇਸ ਕਰਕੇ ਇਹਨੂੰ ਦੀਦਾਰ ਦਿੱਤੇ ਗਏ ਆ। ਇਹ ਸੁਣ ਕੇ ਬਾਬਾ ਫਰੀਦ ਜੀ ਫਿਰ ਉਦਾਸ ਹੋ ਗਏ ਤੇ ਸੋਚਦੇ ਆ ਕਿ ਇਹ ਵੀ ਰਸਤਾ ਸਹੀ ਨਹੀਂ ਆ ਤੇ ਅਜੇ ਵੀ ਬੰਦਗੀ ਕੱਚੀ ਆ। ਬਾਬਾ ਫਰੀਦ ਜੀ ਨੇ ਇਹ ਵੀ ਛੱਡ ਕੇ ਫਿਰ ਉਹਨਾਂ ਨੇ ਸੱਚੇ ਤਨੋਂ ਮਨੋਂ ਦਿਲੋਂ ਉਸ ਪ੍ਰਮਾਤਮਾ ਦੀ ਇਬਾਦਤ ਕੀਤੀ। ਇਹ ਵੀ ਮੰਨਿਆ ਜਾਂਦਾ ਹੈ ਕਿ ਬਾਬਾ ਫਰੀਦ ਜੀ ਇੱਕ ਐਸੇ ਫਕੀਰ ਹੋਏ ਹਨ, ਐਸੇ ਵਲੀ ਹੋਏ ਹਨ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਕੌਤਕ ਹੋਏ ਆ, ਸਭ ਤੋਂ ਜ਼ਿਆਦਾ ਔਕੜਾਂ ਝੱਲੀਆਂ ਉਹਨਾਂ ਨੇ।
ਮੁਸੀਬਤਾਂ ਝੱਲੀਆਂ, ਬਹੁਤ ਕਰਾਮਾਤਾਂ ਹੋਈਆਂ ਉਹਨਾਂ ਦੇ ਨਾਲ, ਤਾਂ ਕਿਤੇ ਜਾ ਕੇ ਉਹਨਾਂ ਨੂੰ ਉਸ ਪ੍ਰਮਾਤਮਾ ਦੇ ਦਰਸ਼ਨ ਹੋਏ ਆ। ਉਸ ਤੋਂ ਬਾਅਦ ਬਾਬਾ ਫਰੀਦ ਜੀ ਨੇ ਮੁਰਸ਼ਿਦ ਧਾਰਿਆ। ਜਦੋਂ ਮੁਰਸ਼ਿਦ ਵਾਲੇ ਹੋਏ, ਉਹਨਾਂ ਨੇ ਇਬਾਦਤ ਕੀਤੀ, ਫਿਰ ਜਾ ਕੇ ਉਹਨਾਂ ਨੂੰ ਪ੍ਰਮਾਤਮਾ ਦੇ ਦਰਸ਼ਨ ਹੋਏ। ਪ੍ਰਮਾਤਮਾ ਉਹਨਾਂ ਤੱਕ ਪਹੁੰਚਿਆ ਤੇ ਬਾਬਾ ਫਰੀਦ ਜੀ ਨੂੰ ਆਪਣੇ ਚਰਨਾਂ ਦੇ ਨਾਲ ਲਾਇਆ ਤੇ ਬਾਬਾ ਫਰੀਦ ਜੀ ਤੇ ਇੰਨੇ ਰਹਿਮੋ ਕਰਮ ਕੀਤੇ ਆ, ਇੰਨੀਆਂ ਤਾਕਤਾਂ ਬਖਸ਼ ਦਿੱਤੀਆਂ ਕਿ ਅੱਜ ਵੀ ਬਾਬਾ ਫਰੀਦ ਜੀ ਦੇ ਸ਼ਲੋਕ ਪੜ੍ਹੇ ਜਾਂਦੇ ਆ, ਗਾਏ ਜਾਂਦੇ ਆ, ਸੁਣੇ ਜਾਂਦੇ ਆ ਬੜੀ ਸ਼ਰਧਾ ਦੇ ਨਾਲ ਤੇ ਬੜੇ ਹੀ ਪ੍ਰੇਮ ਭਾਵ ਦੇ ਨਾਲ। ਬਾਬਾ ਫਰੀਦ ਜੀ ਨੂੰ ਅੱਜ ਵੀ ਯਾਦ ਕੀਤਾ ਜਾਂਦਾ ਹੈ, ਉਹਨਾਂ ਦੀ ਪੂਜਾ ਕੀਤੀ ਜਾਂਦੀ ਆ, ਉਹਨਾਂ ਦੇ ਸੋਲੇ ਗਾਏ ਜਾਂਦੇ ਹਨ। ਐਸਾ ਪ੍ਰਮਾਤਮਾ ਨੇ ਉਹਨਾਂ ਤੇ ਕਰਮ ਕੀਤਾ। ਸੋ ਬੰਦਗੀ ਇਸ਼ਕ ਸੱਚਾ ਕਰੋ, ਕਦੇ ਵੀ ਝੂਠਾ ਇਸ਼ਕ ਨਾ ਕਰੋ। ਜੇ ਪ੍ਰਮਾਤਮਾ ਨੂੰ ਪਾਉਣਾ ਹੈ ਤਾਂ ਮੁਰਸ਼ਿਦ ਵਾਲੇ ਬਣ ਕੇ ਸੱਚੇ ਤੇ ਸਹੀ ਰਸਤੇ ਦੇ ਨਾਲ ਜੇਕਰ ਆਪਾਂ ਇਬਾਦਤ ਕਰੀਏ ਤਾਂ ਆਪਾਂ ਇੱਕ ਨਾ ਇੱਕ ਦਿਨ ਉਸ ਪ੍ਰਮਾਤਮਾ ਤੱਕ ਜ਼ਰੂਰ ਪਹੁੰਚ ਜਾਂਦੇ ਹਾਂ। ਸੋ ਇਹਨਾਂ ਕਹਾਣੀਆਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ। ਗੌਰ ਕਰਿਓ ਤੇ ਪੀਰਾਂ ਫਕੀਰਾਂ ਦੀਆਂ ਹੋਰ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ।